ਨਾਲ ਹੀ ਮੈਂ ਫਿਰ ਅਪੀਲ ਕਰਦਾ ਸਿਆਸੀ ਪਾਰਟੀ ਨੂੰ, ਖਾਸ ਤੌਰ ਤੇ ਅਕਾਲੀਆਂ ਨੂੰ, ਜਿਹੜੇ ਅੱਜ ਕੱਲ੍ਹ ਬਹੁਤੇ ਜ਼ਿਆਦਾ ਤੇਜ਼ੀ ਨਾਲ ਲੱਗੇ ਹੋਏ ਨੇ। ਹਾਲੇ ਇਲੈਕਸ਼ਨ ਵਿੱਚ ਬਹੁਤ ਦੇਰੀ ਪਈ ਹੈ। ਕਦੀ ਵੀ ਤੁਸੀਂ 2 ਮਹੀਨੇ ਤੋਂ ਪਹਿਲਾਂ ਇਲੈਕਸ਼ਨ ਕੰਪੇਨ ਮੰਗਾਈ ਨਹੀਂ। ਇਸ ਵਾਰੀ ਤੁਹਾਨੂੰ ਕੀ ਕਾਹਲ ਹੈ? ਜਦੋਂ ਕਿਸਾਨ ਮੋਰਚੇ ਵਿੱਚ ਫਸੇ ਹੋਏ ਨੇ, ਤੁਸੀਂ ਜਾ ਉਹਨਾਂ ਨੂੰ ਛੇੜ ਕੇ ਤੁਸੀਂ ਉਹਨਾਂ ਦਾ ਧਿਆਨ ਨਹੀਂ ਹਟਾ ਰਹੇ। ਹੋਰ ਤੁਸੀਂ ਕੀ ਕਰ ਰਹੇ? ਦਾ ਮਤਲਬ ਅਸੀਂ ਇਹ ਦਈਏ ਵੀ ਤੁਸੀਂ ਕਿਸਾਨ ਅੰਦੋਲਨ ਨੂੰ ਫੇਲ ਕਰਨ ਵਾਸਤੇ ਇਹ ਕੰਪੇਨ ਚਲਾਈ ਹੋਈ ਹੈ। ਕਿ ਹਰ ਰਾਜਸੀ ਪਾਰਟੀ ਨੇ ਆਪਣੀ ਗੱਲ ਲੋਕਾਂ ਵਿੱਚ ਜਾ ਕੇ ਕਰਨੀ ਹੁੰਦੀ ਹੈ, ਲੋਕਾਂ ਦੀ ਗੱਲ ਸੁਣਨੀ ਹੁੰਦੀ ਹੈ। ਸਾਡਾ ਜਮਹੂਰੀ ਹੱਕ ਆ ਤੇ ਜਮਹੂਰੀ ਹੱਕ ਨੂੰ ਕੋਈ ਰੋਕਣਾ ਕਿਸੇ ਤਰ੍ਹਾਂ ਵਾਜਬ ਨਹੀਂ ਹੋ ਸਕਦਾ। ਚੰਦੂਮਾ ਸਾਹਿਬ, ਜਿੱਦਾਂ ਤੁਸੀਂ ਗੱਲ ਆਖੀ ਹੈ ਕਿ ਜਿਹੜੇ ਵਿਰੋਧ ਕਰਦੇ ਨੇ ਉਹ ਕਾਂਗਰਸੀ ਹੈਗੇ ਨੇ ਜਾਂ ਅਕਾਲੀ ਦੂਜੇ ਆਮ ਆਦਮੀ ਪਾਰਟੀ ਦੇ ਵਰਕਰ ਹੈਗੇ ਨੇ, ਫਿਰ ਚਿੱਠੀ ਤਾਂ ਤੁਹਾਨੂੰ ਇਹਨਾਂ ਪਾਰਟੀਆਂ ਨੂੰ ਲਿਖਣੀ ਚਾਹੀਦੀ ਸੀ। ਤੁਸੀਂ ਜਥੇਬੰਦੀਆਂ ਦੇ ਆਗੂਆਂ ਨੂੰ ਲਿਖ ਰਹੇ ਹੋ, ਮਸਲਾ ਕਿਵੇਂ ਹੱਲ ਹੋਊਗਾ ਫਿਰ? ਪੰਜਾਬ ਦਾ ਤੇ ਸੰਘਰਸ਼ ਦਾ ਇਸ ਗੱਲੋਂ ਜ਼ਿਆਦਾ ਨੁਕਸਾਨ ਹੋਏਗਾ ਜੇ ਇੱਥੇ ਅਰਾਜਕਤਾ ਦਾ ਹਾਲਾਤ ਦਾ ਖਰਾਬ ਹੋ ਜਾਣ, ਭਰਾ ਮਾਰੂ ਜੰਗ ਦੇ ਹਾਲਾਤ ਬਣ ਜਾਣ ਤੇ ਕੇਂਦਰ ਸਰਕਾਰ ਹਾਲਾਤਾਂ ਦਾ ਫਾਇਦਾ ਉਠਾ ਕੇ ਇੱਥੇ ਗਵਰਨਰੀ ਰਾਜ ਲਾਗੂ ਕਰ ਲੇ ਤਾਂ ਕਿਸਾਨ ਸੰਘਰਸ਼ ਦਾ ਵੀ ਨੁਕਸਾਨ ਆ। ਬਲਵੀਰ ਸਿੰਘ ਰਾਜੇਵਾਲ ਜੋ ਕਿਸਾਨ ਆਗੂ ਨੇ, ਉਹਨਾਂ ਨੇ ਸਿੱਧੇ ਤੌਰ ਤੇ ਆਖ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਫਿਲਹਾਲ ਰੈਲੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਨੇ, ਇੰਨੀ ਕਾਲ ਨਹੀਂ ਮਚਾਉਣੀ ਚਾਹੀਦੀ। ਹਾਲੇ ਚੋਣਾਂ ਨੂੰ 6 ਮਹੀਨੇ ਪਏ ਹੋਏ ਨੇ, ਤੇ ਤੁਸੀਂ ਕੀ ਲੱਗਦਾ ਕਿ ਹੁਣ ਰੈਲੀਆਂ ਬੰਦ ਕਰੋ? ਤੇ ਜੇ ਲੋਕਾਂ ਕੋਲ ਜਾਣਾ ਲੋਕ ਰਾਜ ਦੇ ਵਿੱਚ ਕੋਈ ਗੁਨਾਹ ਤਾਂ ਹੈ ਨਹੀਂ। ਚੰਦੂਮਾ ਸਾਹਿਬ, ਸੰਵਾਦ ਬੜਾ ਜ਼ਰੂਰੀ ਹੁੰਦਾ ਕਿਸੇ ਵੀ ਸੂਬੇ ਦੀ ਤਰੱਕੀ ਦੇ ਵਿੱਚ। ਤੁਸੀਂ ਬੜੇ ਤਜਰਬੇਕਾਰ ਲੀਡਰ ਰਹੇ ਹੋ, ਤੇ ਇਸ ਮਾਮਲੇ ਦੇ ਵਿੱਚ ਹੁਣ ਸੰਵਾਦ ਕਿਵੇਂ ਸ਼ੁਰੂ ਹੋ ਸਕਦਾ ਹੈ? ਤੁਹਾਡਾ ਕੀ ਹੈਗਾ ਕਿ ਜਥੇਬੰਦੀਆਂ ਦੇ ਆਗੂ ਤੁਹਾਨੂੰ ਸੁਣ ਰਹੇ ਨੇ, ਤੇ ਜਿਹੜੇ ਸਵਾਲ ਜਵਾਬ ਦੀ ਪ੍ਰਕਿਰਿਆ ਤੁਸੀਂ ਕਿਹਾ ਕਿ ਉਹਨਾਂ ਨੂੰ ਜਿਹੜੇ ਵੀ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਅਸੀਂ ਜਵਾਬ ਦੇਣ ਨੂੰ ਤਿਆਰ ਹਾਂ, ਜਿੱਥੇ ਕਹੋਗੇ ਅਸੀਂ ਆਉਣ ਨੂੰ ਤਿਆਰ ਹਾਂ, ਫਿਰ ਵੀ ਸੰਵਾਦ ਦਾ ਜਿਹੜਾ ਮੰਚ ਹੈਗਾ ਉਹ ਕਿਵੇਂ ਤਿਆਰ ਹੋ ਸਕਦਾ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਅਮਨ ਮੋਹਨ ਮੋਹਜਾਰ। ਸੋ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਦੇ ਕਰਕੇ ਸਿਆਸੀ ਰੈਲੀਆਂ ਦਾ ਜਿਹੜਾ ਵਿਰੋਧ ਹੋ ਰਿਹਾ ਹੈ, ਤੇ ਇਸ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨ ਆਗੂਆਂ ਨੂੰ ਇੱਕ ਚਿੱਠੀ ਲਿਖੀ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਜੀ ਸਾਡੇ ਨਾਲ ਨੇ, ਗੱਲਬਾਤ ਕਰਾਂਗੇ ਉਹਨਾਂ ਨਾਲ। ਚੰਦੂਮਾਜਰਾ ਸਾਹਿਬ, ਤੁਸੀਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਚਿੱਠੀ ਲਿਖੀ ਹੈ, ਚਿੱਠੀ ਦੇ ਵਿੱਚ ਕੀ ਗੱਲਾਂ ਲਿਖੀਆਂ ਤੁਸੀਂ? ਦੇਖੋ, ਪਿਛਲੇ ਦਿਨੀ ਜਦੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੱਲ ਪੰਜਾਬ ਦੀ ਮੁਹਿੰਮ ਦੇ ਤਹਿਤ ਕਈ ਥਾਵਾਂ 'ਤੇ ਵਿਵਾਦ ਖੜ੍ਹੇ ਹੋਏ, ਖਾਸ ਤੌਰ 'ਤੇ ਮੋਗੇ ਦੇ ਵਿੱਚ ਪੁਲਿਸ ਨੇ ਲਾਠੀਚਾਰਜ ਵੀ ਕੀਤਾ, ਕੇਸ ਦਰਜ ਕਰ ਲਏ ਕਿਸਾਨਾਂ ਦੇ। ਅਸੀਂ ਉਹ ਲਾਠੀਚਾਰਜ ਦੀ ਵੀ ਨਿੰਦਾ ਕੀਤੀ, ਕੇਸ ਵਾਪਸ ਲੈਣ ਦੀ ਮੰਗ ਕੀਤੀ। ਅੱਗੇ ਨੂੰ ਕੋਈ ਇਹੋ ਜਿਹੀ ਘਟਨਾ ਨਾ ਵਾਪਰੇ, ਅਸੀਂ ਇੱਕ ਹਫ਼ਤੇ ਲਈ ਆਪਣੇ ਪ੍ਰੋਗਰਾਮ ਵੀ ਅੱਗੇ ਕੀਤੇ ਤਾਂ ਕਿ ਆਪਸੀ ਬੈਠ ਕੇ ਕੋਈ ਨਾ ਕੋਈ ਹੱਲ ਕੱਢਿਆ ਜਾਵੇ, ਕਿਉਂਕਿ ਹਰ ਰਾਜਸੀ ਪਾਰਟੀ ਨੇ ਆਪਣੀ ਗੱਲ ਲੋਕਾਂ ਵਿੱਚ ਜਾ ਕੇ ਕਰਨੀ ਹੁੰਦੀ ਹੈ, ਲੋਕਾਂ ਦੀ ਗੱਲ ਸੁਣਨੀ ਹੁੰਦੀ ਹੈ। ਇਹ ਸਾਡਾ ਜਮਹੂਰੀ ਹੱਕ ਆ ਤੇ ਜਮਹੂਰੀ ਹੱਕ ਨੂੰ ਕੋਈ ਰੋਕਣਾ ਕਿਸੇ ਤਰ੍ਹਾਂ ਵਾਜਬ ਨਹੀਂ ਹੋ ਸਕਦਾ। ਸੋ ਜੇ ਮਤਲਬ ਇਹਦਾ ਫਾਇਦਾ ਕੌਣ ਲੈਣਾ ਚਾਹੁੰਦਾ, ਇਹ ਜੱਗ ਜ਼ਾਹਰ ਹੋ ਗਿਆ। ਜਦੋਂ ਅਸੀਂ ਕਮੇਟੀ ਬਣਾਈ ਤਾਂ ਸਭ ਤੋਂ ਵੱਡੀ ਤਕਲੀਫ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਹੋਈ, ਉਹਨਾਂ ਨੇ ਬਿਆਨ ਦਿੱਤਾ। ਇਹ ਸਪਸ਼ਟ ਹੋ ਗਿਆ ਵੀ ਜਿਹੜੇ ਬੰਦੇ ਇਸ ਸਥਿਤੀ ਦਾ ਲਾਹਾ ਲੈਣਾ ਚਾਹੁੰਦੇ ਨੇ ਉਹਨਾਂ ਵਿੱਚੋਂ ਕਾਂਗਰਸ ਨੰਬਰ 1 ਤੇ ਆ ਤੇ ਦੂਜੇ ਨੰਬਰ 'ਤੇ ਆਪ ਪਾਰਟੀ ਆ। ਤਾਂ ਅਸੀਂ ਕਿਸਾਨ ਆਗੂਆਂ ਨਾਲ ਮਿਲ ਕੇ, ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਇਹਦਾ ਕੋਈ ਹੱਲ ਕੱਢਣਾ ਚਾਹੁੰਦੇ ਹਾਂ ਕਿ ਇਹ ਆਪ ਵਾਲੇ ਤੇ ਕਾਂਗਰਸ ਵਾਲੇ ਸਿਆਸੀ ਲਾਹਾ ਕਿਸਾਨ ਸੰਘਰਸ਼ ਦੇ ਮੋਢਿਆਂ 'ਤੇ ਲੈ ਰੱਖ ਕੇ ਬੰਦੂਕ ਨਾ ਲੈ ਲੈਣ, ਔਰ ਕੇਂਦਰ ਸਰਕਾਰ ਹਾਲਾਤ ਖਰਾਬ ਕਰਕੇ ਗਵਰਨਰੀ ਰਾਜ ਲਾਗੂ ਕਰਨ ਦੀ ਸਾਜ਼ਿਸ਼ ਜਿਹੜੀ ਆ ਉਹ ਸਫਲ ਨਾ ਕਰ ਸਕੇ। ਇਸ ਕਰਕੇ ਅਸੀਂ ਬੈਠ ਕੇ ਕੋਈ ਮਸਲਾ ਇਹਦਾ ਸੌਟ ਆਊਟ ਕਰਨਾ ਚਾਹੁੰਦੇ ਹਾਂ। ਚੰਦੂਮਾ ਸਾਹਿਬ, ਜਿੱਦਾਂ ਤੁਸੀਂ ਗੱਲ ਆਖੀ ਹੈ ਕਿ ਜਿਹੜੇ ਵਿਰੋਧ ਕਰਦੇ ਨੇ ਉਹ ਕਾਂਗਰਸੀ ਹੈਗੇ ਨੇ ਜਾਂ ਅਕਾਲੀ ਦੂਜੇ ਆਮ ਆਦਮੀ ਪਾਰਟੀ ਦੇ ਵਰਕਰ ਹੈਗੇ ਨੇ, ਫਿਰ ਚਿੱਠੀ ਤਾਂ ਤੁਹਾਨੂੰ ਇਹਨਾਂ ਪਾਰਟੀਆਂ ਨੂੰ ਲਿਖਣੀ ਚਾਹੀਦੀ ਸੀ। ਤੁਸੀਂ ਜਥੇਬੰਦੀਆਂ ਦੇ ਆਗੂਆਂ ਨੂੰ ਲਿਖ ਰਹੇ ਹੋ, ਮਸਲਾ ਕਿਵੇਂ ਹੱਲ ਹੋਊਗਾ ਫਿਰ? ਨਹੀਂ, ਜਿਹੜਾ ਕਿਸਾਨ ਜਥੇਬੰਦੀਆਂ ਦਾ ਜਿਹੜੀਆਂ ਲੀਡ ਕਰ ਰਹੀਆਂ ਨੇ ਸੰਘਰਸ਼ ਨੂੰ, ਉਹਨਾਂ ਦੇ ਸੰਘਰਸ਼ ਨੂੰ ਜੇ ਕੋਈ ਬਦਨਾਮ ਕਰੇ, ਜੇ ਉਹਨਾਂ ਦੇ ਸੰਘਰਸ਼ ਦਾ ਕੋਈ ਨੁਕਸਾਨ ਹੋ ਰਿਹਾ ਹੋਵੇ, ਦੇਖੋ ਇਹ ਤਾਂ ਵੈਸੇ ਤਾਂ ਪੰਜਾਬ ਦਾ, ਦੇਸ਼ ਦਾ ਨੁਕਸਾਨ ਆ ਜੇ ਲੋਕ ਆਪਸ ਵਿੱਚ ਲੜਨਗੇ, ਪਰ ਪੰਜਾਬ ਦਾ ਤੇ ਸੰਘਰਸ਼ ਦਾ ਇਸ ਗੱਲੋਂ ਜ਼ਿਆਦਾ ਨੁਕਸਾਨ ਹੋਏਗਾ ਜੇ ਇੱਥੇ ਅਰਾਜਕਤਾ ਦਾ ਹਾਲਾਤ ਦਾ ਖਰਾਬ ਹੋ ਜਾਣ, ਭਰਾ ਮਾਰੂ ਜੰਗ ਦੇ ਹਾਲਾਤ ਬਣ ਜਾਣ ਤੇ ਕੇਂਦਰ ਸਰਕਾਰ ਹਾਲਾਤਾਂ ਦਾ ਫਾਇਦਾ ਉਠਾ ਕੇ ਇੱਥੇ ਗਵਰਨਰੀ ਰਾਜ ਲਾਗੂ ਕਰ ਲੇ ਤਾਂ ਕਿਸਾਨ ਸੰਘਰਸ਼ ਦਾ ਵੀ ਨੁਕਸਾਨ ਆ। ਇਸੇ ਕਰਕੇ ਜਿਨ੍ਹਾਂ ਨੂੰ ਨੁਕਸਾਨ ਹੋਣਾ ਉਹਨਾਂ ਨੂੰ ਬੈਠ ਕੇ ਕੋਈ ਨਾ ਕੋਈ ਉਹਦਾ ਹੱਲ ਲੱਭਣਾ ਪਏਗਾ। ਸ਼੍ਰੋਮਣੀ ਅਕਾਲੀ ਦਲ ਵੀ ਇੱਕ ਜ਼ਿੰਮੇਵਾਰ ਪਾਰਟੀ ਆ, ਕਿਸਾਨ ਆਗੂ ਵੀ ਜ਼ਿੰਮੇਵਾਰ ਨੇ, ਤੇ ਅਸੀਂ ਬੈਠ ਕੇ ਆਪਸ ਵਿੱਚ ਕੋਈ ਰਸਤਾ ਕੱਢਾਂਗੇ ਤਾਂ ਕਿ ਕਿਸੇ ਤਰ੍ਹਾਂ ਦੇ ਲੋਕ ਜਿਹੜੇ ਰਾਜਸੀ ਲਾਹਾ ਲੈਣ ਵਾਲੇ ਨੇ ਉਹ ਲੈ ਨਾ ਸਕਣ, ਕੇਂਦਰ ਸਰਕਾਰ ਗਵਰਨਰੀ ਰਾਜ ਦਾ ਰਾਹ ਪੱਧਰਾ ਕਰਨ ਦਾ ਮਾਹੌਲ ਬਣਾ ਨਾ ਸਕੇ। ਬਲਵੀਰ ਸਿੰਘ ਰਾਜੇਵਾਲ ਜੋ ਕਿਸਾਨ ਆਗੂ ਨੇ, ਉਹਨਾਂ ਨੇ ਸਿੱਧੇ ਤੌਰ ਤੇ ਆਖ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਫਿਲਹਾਲ ਰੈਲੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਨੇ, ਇੰਨੀ ਕਾਲ ਨਹੀਂ ਮਚਾਉਣੀ ਚਾਹੀਦੀ। ਹਾਲੇ ਚੋਣਾਂ ਨੂੰ 6 ਮਹੀਨੇ ਪਏ ਹੋਏ ਨੇ,
ਤੇ ਤੁਸੀਂ ਕੀ ਲੱਗਦਾ ਕਿ ਹੁਣ ਰੈਲੀਆਂ ਬੰਦ ਕਰੋਗੇ ਫਿਰ? ਦੇਖੋ ਉਹ ਤਾਂ ਅਸੀਂ ਬੈਠ ਕੇ ਹੱਲ ਕਰਾਂਗੇ ਨਾ। ਹੁਣ ਇਹਦਾ ਵੀ ਕੀ ਜਵਾਬ ਆ ਵੀ ਜੇ ਹੁਣ ਇੱਕ ਰਾਜਸੀ ਪਾਰਟੀ ਆ ਉਹ ਆਪਣੀ ਗੱਲ ਲੋਕਾਂ ਕੋਲ ਜਾ ਕੇ ਲੋਕਾਂ ਤੋਂ ਸੁਣ ਕੇ ਉਹਦਾ ਹੱਲ ਕੱਢਣ ਲਈ ਜੇ ਕੋਈ ਵਾਹਨੋਂ ਬਣਦੀ ਆ ਤਾਂ ਉਹਦਾ ਉਹ ਗੁਨਾਹ ਤਾਂ ਹੈ ਨਹੀਂ। ਤੇ ਜੇ ਲੋਕਾਂ ਕੋਲ ਜਾਣਾ ਲੋਕ ਰਾਜ ਦੇ ਵਿੱਚ ਕੋਈ ਗੁਨਾਹ ਤਾਂ ਹੈ ਨਹੀਂ। ਮਤਲਬ ਕਿਸੇ ਤਰ੍ਹਾਂ ਕਿਸਾਨ ਸੰਘਰਸ਼ ਨੂੰ ਮਜ਼ਬੂਤ ਤਕੜਾ ਕਰਨ ਲਈ ਯੋਗਦਾਨ ਪਾਉਣ ਲਈ ਜਿੰਨਾ ਵੀ ਕਿਸੇ ਤਰ੍ਹਾਂ ਸਾਡੇ ਤੋਂ ਕੋਈ ਤਵੱਕੋਂ ਕਰਦੀ ਹੈ ਕਿਸਾਨ ਜਥੇਬੰਦੀ ਕਿਸਾਨ ਮੋਰਚਾ ਤਾਂ ਉਹਦੇ 'ਚ ਘਾਟ ਰਹਿ ਜੇ ਤਾਂ ਅਸੀਂ ਜ਼ਿੰਮੇਵਾਰ ਹਾਂ। ਅਸੀਂ ਹਰ ਸਹਿਯੋਗ ਦੇਣ ਨੂੰ ਤਿਆਰ ਹਾਂ ਤੇ ਐਸੇ ਹਾਲਾਤਾਂ ਦੇ ਵਿੱਚ ਮੈਂ ਸਮਝਦਾ ਕੋਈ ਨਾ ਕੋਈ ਹੱਲ ਕੱਢਿਆ ਜਾਏਗਾ ਕਿਉਂਕਿ ਜੇ ਅਸੀਂ ਕਿਸੇ ਤੇ ਕਹਿੰਦੇ ਹਾਂ ਸਾਡੀ ਗੱਲ ਕਹਿਣੀ ਕਰਨੀ ਜਮਹੂਰੀ ਹੱਕ ਆ ਤਾਂ ਦੂਜੇ ਦੀ ਗੱਲ ਸੁਣਨੀ ਜਾਂ ਸੁਣਾਉਣੀ ਉਹ ਵੀ ਜਮਹੂਰੀ ਹੱਕ ਆ। ਤਾਂ ਹਰ ਇੱਕ ਦਾ ਹੱਕ ਆ ਉਹਦੀ ਕਦਰ ਕਰਨੀ ਬਣਦੀ ਹੈ। ਚੰਦੂ ਮਾਜਰਾ ਸਾਹਿਬ, ਸੰਵਾਦ ਬੜਾ ਜ਼ਰੂਰੀ ਹੁੰਦਾ ਕਿਸੇ ਵੀ ਸੂਬੇ ਦੀ ਤਰੱਕੀ ਦੇ ਵਿੱਚ। ਤੁਸੀਂ ਬੜੇ ਤਜਰਬੇਕਾਰ ਲੀਡਰ ਰਹੇ ਹੋ ਤੇ ਇਸ ਮਾਮਲੇ ਦੇ ਵਿੱਚ ਹੁਣ ਸੰਵਾਦ ਕਿਵੇਂ ਸ਼ੁਰੂ ਹੋ ਸਕਦਾ ਹੈ? ਤੁਹਾਡਾ ਕੀ ਹੈਗਾ ਕਿ ਜਥੇਬੰਦੀ ਦੇ ਆਗੂ ਤੁਹਾਨੂੰ ਸੁਣ ਰਹੇ ਨੇ ਤੇ ਜਿਹੜੇ ਸਵਾਲ ਜਵਾਬ ਦੀ ਪ੍ਰਕਿਰਿਆ ਤੁਸੀਂ ਕਿਹਾ ਕਿ ਉਹਨਾਂ ਨੂੰ ਜਿਹੜੇ ਵੀ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਅਸੀਂ ਜਵਾਬ ਦੇਣ ਨੂੰ ਤਿਆਰ ਹਾਂ, ਜਿੱਥੇ ਕਹੋਗੇ ਅਸੀਂ ਆਉਣ ਨੂੰ ਤਿਆਰ ਹਾਂ, ਫਿਰ ਵੀ ਸੰਵਾਦ ਦਾ ਜਿਹੜਾ ਮੰਚ ਹੈਗਾ ਉਹ ਕਿਵੇਂ ਤਿਆਰ ਹੋ ਸਕਦਾ? ਅਸੀਂ ਵੀ ਇਸ ਗੱਲ ਤੇ ਹਾਮੀ ਹਾਂ। ਜਿਹੜਾ ਸੰਵਾਦ ਆ ਉਹ ਬੜੀ ਜ਼ਰੂਰਤ ਆ ਅੱਜ ਦੇ ਯੁੱਗ ਵਿੱਚ ਤਾਂ ਜ਼ਿਆਦਾ ਹੀ ਲੋੜ ਆ। ਐਸੀ ਸਥਿਤੀ ਜ਼ਿਆਦਾ ਲੋੜ ਆ। ਸੰਵਾਦ ਨਾਲ ਹੀ ਕੋਈ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਪਰ ਉਹਦਾ ਕੋਈ ਤਰੀਕਾ ਹੋਣਾ ਚਾਹੀਦਾ। ਅਸੀਂ ਤਾਂ ਕਹਿੰਦੇ ਹਾਂ ਵੀ 5-5 7-7 10-10 ਹਰ ਜਥੇਬੰਦੀ ਆਪਣੇ ਨੁਮਾਇੰਦੇ ਭੇਜੇ, ਸਾਡੀ ਟੀਮ ਜਿਹੜੀ ਆ ਉਹਨਾਂ ਦਾ ਜਵਾਬ ਦੇਵੇ। ਬਾਕੀ ਪਾਰਟੀਆਂ ਵੀ ਕਾਂਗਰਸ ਤੋਂ ਵੀ ਜਵਾਬ ਮੰਗਿਆ ਜਾਵੇ, ਆਪ ਤੋਂ ਵੀ ਜਵਾਬ ਮੰਗਿਆ ਜਾਵੇ, ਹਰ ਪਾਰਟੀ ਤੋਂ ਜਵਾਬ ਮੰਗਿਆ ਜਾਵੇ ਵੀ ਤੁਸੀਂ ਕੀ ਕੀਤਾ, ਕੀ ਕਰ ਸਕਦੇ ਹੋ, ਕਿਉਂ ਨਹੀਂ ਕੀਤਾ। ਜਿਹੜਾ ਆਸ ਹੁੰਦੀ ਆ ਹਰ ਪਾਰਟੀ ਤੋਂ ਲੇਖਾ ਜੋਖਾ ਕਰਾਉਣਾ ਲੈਣਾ ਜਵਾਬ ਲੈਣੇ ਫਰਜ਼ ਆ ਹਰ ਵੋਟਰ ਦਾ। ਸੋ ਅਸੀਂ ਕਹਿੰਦੇ ਹਾਂ ਪਰ ਉਹਦਾ ਕੋਈ ਤਰੀਕਾ ਹੋਣਾ ਚਾਹੀਦਾ। ਹੁਣ 1000 ਬੰਦੇ ਦੇ ਵਿੱਚ ਕੋਈ ਬੰਦਾ ਸ਼ਰਾਰਤ ਕਰਦੇ ਉੱਥੇ ਤੁਸੀਂ ਕਿਵੇਂ ਜਵਾਬ ਦੇ ਸਕਦੇ ਹੋ? ਸੋ ਕੋਈ ਐਸਾ ਮੰਚ ਤਿਆਰ ਕੀਤਾ ਜਾਵੇ ਕਿ ਜਿਹਦੇ 'ਚ ਸਿਲੈਕਟਡ ਲੋਕ ਸਵਾਲ ਪੁੱਛਣ ਤੇ ਜਵਾਬ ਦਿੱਤੇ ਜਾਣ ਤੇ ਉਹਦਾ ਕੋਈ ਹੱਲ ਕੱਢਿਆ ਜਾਵੇ। ਕੋਈ ਇਸ ਤਰ੍ਹਾਂ ਦੀ ਗੱਲ ਹੀ ਅਸੀਂ ਜਿਹੜੀ ਮੀਟਿੰਗ ਆਪਸ ਵਿੱਚ ਕਰਨੀ ਉਹਦੇ 'ਚ ਅਸੀਂ ਤਿਆਰ ਕਰਾਂਗੇ। ਜਿਸ ਸੰਯੁਕਤ ਕਿਸਾਨ ਮੋਰਚਾ ਤੁਹਾਨੂੰ ਉੱਥੇ ਮੰਚ ਉੱਤੇ ਸੱਦਦਾ ਦਿੱਲੀ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ 5 ਨੁਮਾਇੰਦੇ ਇੱਥੇ ਆ ਜਾਓ, ਅਸੀਂ ਖੁੱਲ੍ਹ ਕੇ ਚਰਚਾ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਜਾਓਗੇ ਉੱਥੇ? ਕੁਦਰਤੀ ਤੌਰ 'ਤੇ ਅਸੀਂ ਤਾਂ ਕਿਹਾ ਵੀ ਜਿੱਥੇ ਕਹਿਣਗੇ ਜਦੋਂ ਕਹਿਣਗੇ ਜਿਸ ਥਾਂ 'ਤੇ ਕਹਿਣਗੇ ਅਸੀਂ ਬਿਲਕੁਲ ਜਵਾਬ ਦੇਣ ਨੂੰ ਤਿਆਰ ਹਾਂ। ਪਰ ਉਹਦਾ ਕੋਈ ਤਰੀਕਾ ਹੋਏਗਾ ਨਾ। ਹੁਣ ਮਤਲਬ ਕਿਸੇ ਜਿਹੜੀ ਕੋਈ ਗੱਲ ਕਲੈਰੀਫਿਕੇਸ਼ਨ ਲੈਣੀ ਆ, ਕੋਈ ਉਹਦੇ 'ਚ ਕੋਈ ਨਵਾਂ ਮਤਲਬ ਕੋਈ ਹੱਲ ਕੱਢਣਾ, ਉਹ ਕਿਸੇ ਸਿਸਟਮ ਨਾਲ ਹੀ ਕੱਢਿਆ ਜਾ ਸਕਦਾ। ਅਸੀਂ ਪਹਿਲਾਂ ਹੀ ਕਿਹਾ, ਹੁਣ ਵੀ ਤੁਹਾਨੂੰ ਮੈਂ ਕਿਹਾ ਵੀ 5-5 7-7 10-10 ਬੰਦੇ ਕੋਈ ਜਥੇਬੰਦੀ ਨਿਯੁਕਤ ਕਰ ਸਕਦੀ ਹੈ ਵੀ ਸਾਡੇ ਵੱਲੋਂ ਇਹ ਲੋਕ ਜਿਹੜੇ ਨੇ ਸਵਾਲ ਪੁੱਛਣਗੇ ਤੇ ਅਸੀਂ ਪਾਰਟੀ ਵੱਲੋਂ ਕਹਿ ਸਕਦੇ ਹਾਂ ਸਾਡੇ ਵੱਲੋਂ ਇਹ ਲੋਕ ਜਵਾਬ ਦੇਣਗੇ। ਇਸੇ ਤਰ੍ਹਾਂ ਬਾਕੀ ਪਾਰਟੀਆਂ 'ਚੋਂ ਵੀ ਕੀਤਾ ਜਾਵੇ, ਇਕੱਲੇ ਅਕਾਲੀਆਂ ਤੋਂ ਕਿਉਂ, ਹਰ ਪਾਰਟੀ 'ਚੋਂ ਕੀਤਾ ਜਾਵੇ। ਚੰਦੂ ਮਾਜਰਾ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੀ ਰੈਲੀਆਂ ਦਾ ਵੱਡੇ ਪੱਧਰ ਉੱਤੇ ਵਿਰੋਧ ਹੋਇਆ ਦੇਖਣ ਨੂੰ ਮਿਲਿਆ ਤੇ ਦੂਜੀ ਪਾਰਟੀਆਂ ਦਾ ਉਸ ਲੈਵਲ ਤੇ ਵਿਰੋਧ ਨਹੀਂ ਹੋਇਆ। ਤੁਹਾਨੂੰ ਕੀ ਲੱਗਦਾ ਕਿ ਘਰ 'ਚ ਬੈਠੀਆਂ ਨੇ ਦੂਜੀਆਂ ਪਾਰਟੀਆਂ ਨਾਲ ਆਪਸ ਵਿੱਚ ਲੜੀ ਜਾਂਦੀਆਂ, ਵਿਰੋਧ ਕਰਨ ਦੀ ਲੋੜ ਹੀ ਨਹੀਂ, ਉਹ ਤਾਂ ਆਪੇ ਜੁੰਡੋ ਜੁੰਡੀ ਹੋਈ ਜਾਂਦੀਆਂ। ਕਾਂਗਰਸ ਦਾ ਕਲੇਸ਼ ਤਾਂ ਘਰ ਦਾ ਹੀ ਬਹੁਤ ਵਧਿਆ ਹੋਇਆ। ਕਾਂਗਰਸ ਦੇ ਤਾਂ ਪ੍ਰਭਾਰੀ ਨੇ ਕਹਿਤਾ ਵੀ ਕਾਂਗਰਸ ਸਭ ਅੱਛਾ ਨਹੀਂ, ਕਾਂਗਰਸ ਦੀ ਗੱਡੀ ਨੂੰ 2 ਇੰਜਣ ਲੱਗੇ, ਇੱਕ ਉੱਧਰ ਨੂੰ ਖਿੱਚ ਰਿਹਾ ਉੱਧਰ ਨੂੰ ਖਿੱਚ ਰਿਹਾ ਤੇ ਆਪ ਵਾਲੀ ਦੀ ਤਾਂ ਗੱਡੀ ਦਾ ਡਰਾਈਵਰੇ ਕੋਈ ਨਹੀਂ, ਇੰਜਣੇ ਨਹੀਂ, ਗੱਡੀ 'ਚ ਖੜੀ ਆ। ਸੋ ਜੇ ਫੀਲਡ ਵਿੱਚ ਕੋਈ ਕੰਮ ਕਰ ਰਿਹਾ ਤਾਂ ਅਕਾਲੀ ਕਰ ਰਹੇ ਨੇ। ਕੁਦਰਤੀ ਤੌਰ 'ਤੇ ਜਿਹੜਾ ਕੰਮ ਕਰੂਗਾ ਲੋਕਾਂ ਜਾਊਗਾ ਉੱਥੇ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਮੌਕਾ ਬਣਿਆ ਤਾਂ ਉਹਨੂੰ ਅਸੀਂ ਸੌਟ ਆਊਟ ਕਰਨ ਲਈ ਆਹੀ ਰਾਹ ਕੱਢਿਆ। ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਜਿਹੜਾ ਕਲੇਸ਼ ਚੱਲ ਰਿਹਾ, ਤੁਹਾਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਕਲੇਸ਼ ਦਾ ਲਾਹਾ ਹੋਊਗਾ? ਦੇਖੋ ਅਸੀਂ ਤਾਂ ਆਪਣਾ ਪੋਜ਼ਿਟਿਵ ਏਜੰਡਾ ਲੈ ਕੇ ਤੁਰੇ ਹੋਏ ਹਾਂ। ਉਹਨਾਂ ਦਾ ਕਲੇਸ਼ ਕਿਵੇਂ ਆ, ਕਦੋਂ ਨਿਬੜੇਗਾ, ਕਿਸ ਤਰ੍ਹਾਂ ਨਿਬੜੇਗਾ, ਉਹਦੇ ਕੀ ਨਤੀਜੇ ਨਿਕਲਣਗੇ ਇਹ ਤਾਂ ਉਹਨਾਂ ਨੇ ਦੇਖਣਾ। ਪਰ ਅਸੀਂ ਲੋਕਾਂ ਦੇ ਵਿੱਚ ਜੇ ਲੋਕਾਂ ਦਾ ਮਨ ਜਿੱਤਣਾ ਤਾਂ ਅਸੀਂ ਆਪਣੀ ਕਾਰਗੁਜ਼ਾਰੀ ਨਾਲ ਜਿੱਤਣਾ, ਆਪਣੀ ਕਮਿਟਮੈਂਟ ਨਾਲ ਜਿੱਤਣਾ, ਆਪਣੀ ਇੱਕ ਨੀਤੀ ਨਾਲ ਜਿੱਤਣਾ, ਆਪਣੇ ਇੱਕ ਏਜੰਡੇ ਨਾਲ ਜਿੱਤਣਾ। ਇਸ ਕਰਕੇ ਅਸੀਂ ਲੋਕ ਆਪਣਾ ਪੋਜ਼ਿਟਿਵ ਏਜੰਡਾ ਲੈ ਕੇ ਲੋਕਾਂ ਵਿੱਚ ਜਾਣਾ, ਉਸ ਆਸ ਤੇ ਵਿਸ਼ਵਾਸ ਤੇ ਅਸੀਂ ਜਾਵਾਂਗੇ, ਨਾ ਕਿ ਕਾਂਗਰਸ ਦੀ ਘਰੇਲੂ ਲੜਾਈ ਦੇ ਆਸ ਤੇ ਵਿਸ਼ਵਾਸ ਤੇ ਜਾਵਾਂਗੇ। ਤੁਸੀਂ ਦੱਸ ਰਹੇ ਸੀ ਅੱਜ ਪੰਜਾਬੀਆਂ ਦੇ ਲਈ ਖੁਸ਼ਖਬਰੀ ਹੈਗੀ ਹੈ, ਉਡਾਨਾਂ ਨੂੰ ਲੈ ਕੇ ਕੀ ਖੁਸ਼ਖਬਰੀ ਹੈ ਜੀ? ਨਹੀਂ, ਮੈਂ ਕਿਹਾ ਵੀ ਅੱਜ ਜਿਹੜਾ ਮੈਂ ਕੇਂਦਰੀ ਜਿਹੜਾ ਸਿਵਲ ਏਵੀਏਸ਼ਨ ਮੰਤਰੀ ਆ ਸ਼੍ਰੀ ਜੋਤੀਰਾਮ ਸਿੰਧੀਆ ਜੀ, ਉਹਨੂੰ ਪਿਛਲੇ ਦਿਨਾਂ ਵਿੱਚ ਮੈਂ ਮਿਲ ਕੇ ਆਇਆ ਸੀ ਤੇ ਪ੍ਰਧਾਨ ਮੰਤਰੀ ਜੀ ਨੇ ਜਦੋਂ ਨੈਗੋਸ਼ੀਏਸ਼ਨ ਕੀਤੀ ਸੀ ਅੰਤਰਰਾਸ਼ਟਰੀ ਹਵਾਈ ਅੱਡਾ ਮੋਹਾਲੀ ਦੀ, ਉਦੋਂ ਸਾਡੇ ਨਾਲ ਵਾਅਦਾ ਕੀਤਾ ਸੀ, ਮੈਂ ਬਤੌਰ MP ਮੰਗ ਰੱਖੀ ਸੀ ਕਿ ਇੱਥੇ ਕਾਰਗੋ ਸਿਸਟਮ ਦੀ ਵਿਵਸਥਾ ਕੀਤੀ ਜਾਵੇ। ਮੈਨੂੰ ਇਸ ਗੱਲ ਦੀ ਖੁਸ਼ੀ ਆ ਭਾਰਤ ਸਰਕਾਰ ਦੇ ਸਿਵਲ ਏਵੀਏਸ਼ਨ ਮੰਤਰੀ ਨੇ, ਮੈਂ ਜਦੋਂ ਮਿਲ ਕੇ ਆਇਆ ਮੈਨੂੰ ਕੋਈ ਯਕੀਨ ਦਵਾਇਆ ਸੀ 15 ਦਿਨਾਂ ਦੇ ਵਿੱਚ ਅਸੀਂ ਤੁਹਾਡੀ ਮੰਗ ਦਾ ਪੂਰਾ ਧਿਆਨ ਕਰਕੇ ਕੋਈ ਰਾਹ ਲੱਭਾਂਗੇ। ਅੱਜ ਉਹਨਾਂ ਨੇ ਚਿੱਠੀ ਲਿਖੀ ਆ, ਉਹ ਚਿੱਠੀ ਮੈਂ ਪ੍ਰੈਸ ਨੂੰ ਦਿਖਾਈ ਆ ਤੇ ਉਹਦੇ 'ਚ ਕਿਹਾ ਵੀ ਦਸੰਬਰ 2021 ਤੱਕ ਅਸੀਂ ਕਾਰਗੋ ਵਿਵਸਥਾ ਅੰਤਰਰਾਸ਼ਟਰੀ ਹਵਾਈ ਅੱਡੇ ਮੋਹਾਲੀ ਤੇ ਸ਼ੁਰੂ ਕਰਾ ਦਾਂਗੇ। 14,127 ਸਕੁਅਰ ਮੀਟਰ ਜਿਹੜਾ ਹੈ ਵਿਵਸਥਾ ਪੈਰੀਸ਼ੇਬਲ ਗੁੱਡਸ ਦੀ ਉੱਥੇ ਬਣਾਤੀ ਤੇ ਜਦੋਂ ਇੱਥੇ ਅੰਤਰਰਾਸ਼ਟਰੀ ਕਾਰਗੋ ਵਿਵਸਥਾ ਹੋ ਗਈ
ਤਾਂ ਮੈਂ ਸਮਝਦਾ ਕਿ ਇਸ ਖਿੱਤੇ ਦੇ ਲੋਕਾਂ ਦੀ ਆਮਦਨ ਵਧੇਗੀ। ਇੱਥੇ ਟਰਾਂਸਪੋਰਟੇਸ਼ਨ ਦੇ ਕੰਮ ਵਧਣਗੇ, ਇੱਥੇ ਲੋਡਿੰਗ ਅਨਲੋਡਿੰਗ ਦਾ ਕਾਰੋਬਾਰ ਮਿਲਣਗੇ, ਇੱਥੇ ਗਡਾਊਨ ਬਣਾਉਣ ਦੇ ਲੋਕਾਂ ਦਾ ਆਮਦਨ ਵਧੇਗੀ। ਸਬਜ਼ੀਆਂ ਦੇ ਰੇਟ 5-5 ਗੁਣਾ ਵੱਧ ਜਾਣਗੇ। ਦੁੱਧ ਦਾ ਰੇਟ ਮਤਲਬ ਇੱਥੇ ਦੇ ਇਸ ਖਿੱਤੇ ਦੇ ਲੋਕਾਂ ਦੀ ਆਮਦਨ ਵਧਾਉਣ ਲਈ ਔਰ ਡਿਵਰਸੀਫਿਕੇਸ਼ਨ ਆਫ ਐਗਰੀਕਲਚਰ ਲਈ ਇਸ ਖਿੱਤੇ ਦਾ ਮੈਂ ਸਮਝਦਾ ਸਭ ਤੋਂ ਵੱਧ ਫਾਇਦਾ ਜੇ ਹੋਏਗਾ ਤਾਂ ਇਹ ਕਾਰਗੋ ਵਸਤਾ ਇਸ ਥਾਂ 'ਤੇ, ਕਿਉਂਕਿ ਇੱਥੇ ਕੋਈ ਸਮੁੰਦਰੀ ਬੰਦਰਗਾਹ ਨਹੀਂ ਹੈ। ਸਭ ਤੋਂ ਵੱਧ ਟਰਾਂਸਪੋਰਟੇਸ਼ਨ ਬਾਹਰੋਂ ਮੰਗਾਉਣ ਵਾਲੀਆਂ ਚੀਜ਼ਾਂ ਦੀ ਪੰਜਾਬ ਨੂੰ ਬਾਹਰ ਭੇਜਣ ਲਈ ਪੰਜਾਬ ਨੂੰ ਸਭ ਤੋਂ ਵੱਧ ਖਰਚਾ ਕਰਨਾ ਪੈਂਦਾ। ਜੇ ਕਾਰਗੋ ਵਿਵਸਥਾ ਇੱਥੇ ਹੋਊਗੀ ਤਾਂ ਪੰਜਾਬ ਸਭ ਤੋਂ ਵੱਧ ਫਾਇਦੇ 'ਚ ਰਹੇਗਾ। ਚੰਦੂ ਮਾਜਰਾ, ਤੁਹਾਨੂੰ ਲਗਭਗ 80 ਦੇਸ਼ਾਂ ਦੇ ਵਿੱਚ NRI ਸੁਣ ਰਹੇ ਹੈਗੇ ਨੇ ਤੇ ਉਹਨਾਂ ਦੀ ਇੱਕ ਵੱਡੀ ਮੰਗ ਰਹੀ ਹੈ ਕਿ ਮੋਹਾਲੀ ਹਵਾਈ ਅੱਡੇ ਤੋਂ ਸਿੱਧੀ ਕੈਨੇਡਾ ਅਮਰੀਕਾ ਦੀ ਜਿਹੜੀ ਉਡਾਨ ਹੈਗੀ ਉਹ ਸ਼ੁਰੂ ਹੋ ਜਾਏ। ਇਹ ਗੱਲ ਵੀ ਮਤਲਬ ਜਿਹੜਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਜਿਹੜਾ ਗਰਾਊਂਡ ਵਰਕ ਸੀ ਜਾਂ ਲਾਈਟਿੰਗ ਸਿਸਟਮ ਸੀ, ਕੋਈ ਜਿਹੜੀਆਂ ਕਮੀਆਂ ਸੀ ਉਹ ਵੀ ਦੂਰ ਹੋ ਗਈਆਂ। ਹੁਣ ਤਾਂ ਏਅਰਲਾਈਨ ਨੇ ਮਤਲਬ ਡਿਪੈਂਡ ਕਰਨਾ। ਇੱਥੇ ਵਿਵਸਥਾ ਜਿਹੜੀ ਆ ਪੂਰੀ ਮੁਕੰਮਲ ਆ। ਹੁਣ ਤਾਂ ਏਅਰਲਾਈਨ ਨੇ ਫੈਸਲਾ ਕਰਨਾ ਵੀ ਅਸੀਂ ਕੈਨੇਡਾ ਲਈ, ਅਮਰੀਕਾ ਲਈ, ਆਸਟ੍ਰੇਲੀਆ ਲਈ ਮਤਲਬ ਉਡਾਨਾਂ ਭਰਨੀਆਂ ਤਾਂ ਭਰ ਸਕਦੇ ਨੇ। ਵਿਵਸਥਾ ਪੂਰੀ ਮੁਕੰਮਲ ਹੋਊਗੀ। ਆਖਰੀ ਸਵਾਲ ਮੇਰਾ, ਕਾਂਗਰਸ ਨੇ ਜਿਹੜੇ ਸੀਨੀਅਰ ਕਾਂਗਰਸੀ ਲੀਡਰ ਹੈਗੇ ਨੇ ਤੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈਗਾ, ਸਾਰਿਆਂ ਨੂੰ ਟਿਕਟਾਂ ਮਿਲਣਗੀਆਂ। ਤੁਸੀਂ ਅਕਾਲੀ ਦਲ ਦੇ ਵੱਲੋਂ ਸੀਨੀਅਰ ਤਜਰਬੇਕਾਰ ਲੀਡਰ ਹੈਗੇ ਹੋ, ਇਸ ਵਾਰ ਵਿਧਾਨ ਸਭਾ ਚੋਣਾਂ ਦੇ ਵਿੱਚ ਹਿੱਸਾ ਲਓਗੇ ਤੁਸੀਂ? ਸ਼੍ਰੋਮਣੀ ਅਕਾਲੀ ਦਲ ਨੇ ਵੀ ਫੈਸਲਾ ਕੀਤਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਅਗਲੀ ਕਤਾਰ ਦੀ ਲੀਡਰਸ਼ਿਪ ਹੈ ਇਹਨਾਂ ਚੋਣਾਂ 'ਚ ਆਏਗੀ ਔਰ ਚੋਣਾਂ 'ਚ ਲੜੇਗੀ ਤਾਂ ਕਿ ਚੋਣਾਂ ਦੇ ਵਿੱਚ ਸੰਜੀਦਗੀ ਵੀ ਹੋਵੇ, ਜਿੱਤ ਵੀ ਯਕੀਨੀ ਬਣਾਈ ਜਾ ਸਕੇ। ਕਿਹੜੇ ਹਲਕੇ ਤੋਂ ਚੋਣ ਲੜਨ ਦੇ ਇੱਛੁਕ ਹੋ ਤੁਸੀਂ? ਜਿੱਥੇ ਪਾਰਟੀ ਕਹੇਗੀ ਉੱਥੇ ਲੜ ਲਾਂਗੇ ਜੀ, ਸ਼ੁਕਰੀਆ। ਸੋ ਪ੍ਰੇਮ ਸਿੰਘ ਚੰਦੂ ਮਾਜਰਾ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਜਿੱਥੋਂ ਕਹੇਗੀ ਉੱਥੋਂ ਚੋਣ ਲੜਨ ਦੇ ਇੱਛੁਕ ਹੈਗੇ ਨੇ। ਨਾਲ ਹੀ ਕਾਰਗੋ ਜਿਹੜੀ ਉਡਾਨ ਹੈਗੀ ਹੈ ਉਹ ਹੁਣ ਛੇਤੀ ਦਸੰਬਰ ਦੇ ਵਿੱਚ ਇੱਥੋਂ ਸ਼ੁਰੂ ਹੋ ਜਾਏਗੀ ਤੇ ਕਿਸਾਨ ਜਥੇਬੰਦੀਆਂ ਨੂੰ ਉਹਨਾਂ ਨੇ ਸਿੱਧੇ ਤੌਰ ਤੇ ਸੱਦਾ ਦਿੱਤਾ ਹੈ ਕਿ ਤੁਸੀਂ ਆਪਣੇ 5 ਮੈਂਬਰ 6 ਮੈਂਬਰ ਬਣਾਓ, ਜਿੱਥੇ ਅਕਾਲੀ ਦਲ ਨੂੰ ਸੱਦੋਗੇ ਉੱਥੇ ਅਸੀਂ ਸੰਵਾਦ ਲਈ ਤਿਆਰ ਹੈਗੇ ਹਾਂ। ਦੇਖਣਾ ਬੜਾ ਦਿਲਚਸਪ ਹੋਏਗਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਕਿਸਾਨ ਜਥੇਬੰਦੀਆਂ ਗੱਲਬਾਤ ਲਈ ਸੰਵਾਦ ਲਈ ਕਦੋਂ ਸੱਦਾ ਦਿੰਦੀਆਂ ਨੇ। ਚੰਡੀਗੜ੍ਹ ਤੋਂ ਕੈਮਰਾਮੈਨ ਵੇਦ ਰਾਮ ਦੇ ਨਾਲ ਅਮਨ ਮੋਹਨ ਮੋਹਜਾਲ ਦੀ ਰਿਪੋਰਟ, ਹਮਦਰਦ TV।